ਪੰਜਾਬੀ ਵਿੱਚ ਹਾਸ ਰਸੀ ਲੋਕਧਾਰਾ ਦੇ ਅਧਿਐਨ ਦੀ ਪਰੰਪਰਾ ਕੀ ਰਹੀ ਹੈ, ਕੀ ਹੈਗੀ ਹੈ, ਅਤੇ ਉਹਦੇ 'ਚ ਅਸੀਂ ਜਿਵੇਂ ਸਵੇਰੇ ਵੀ ਗੱਲ ਹੋਈ ਹੈ ਕਿ ਅਸੀਂ ਕਿੱਥੋਂ ਚੱਲੇ ਸੀ ਅਤੇ ਕਿੱਥੇ ਪਹੁੰਚੇ ਹਾਂ, ਅਤੇ ਪਿਛਲੇ ਕੰਮ ਦਾ ਅਸੀਂ ਕਿਵੇਂ ਉਹਦਾ ਮੁਲਾਂਕਣ ਕਰਨਾ ਹੈ, ਅਤੇ ਉਸ ਮੁਲਾਂਕਣ ਤੋਂ ਸੇਧ ਲੈ ਕੇ ਜਿਹੜੇ ਆਉਣ ਵਾਲੇ ਖੋਜ ਕਾਰਜ ਅਸੀਂ ਵਿੱਢਣੇ। ਕਿਸੇ ਵੀ ਜਿਹੜਾ ਹੈਗਾ ਵਿਦਵਾਨ ਨੇ, ਲੋਕਧਾਰਾ ਸ਼ਾਸਤਰੀ ਨੇ ਇਹ ਚੁਟਕਲੇ ਨੂੰ ਇੱਕ ਜੁਜ਼ ਮੰਨਿਆ ਹੀ ਨਹੀਂ ਸੀਗਾ ਵੀ ਇਹ ਵੀ ਇੱਕ ਵਿਧਾ ਹੈਗੀ ਹੈ, ਲੋਕਧਾਰਾ ਦੀ ਇੱਕ ਜਾਂ ਲੋਕ ਸਾਹਿਤ ਦੀ ਇੱਕ ਵੰਨਗੀ ਹੈਗੀ ਹੈ। ਤਾਂ ਮੇਰੇ ਅੱਗੇ ਸਵਾਲ ਇਹ ਸੀਗਾ ਕਿ ਇਸਨੂੰ ਲੋਕ ਸਾਹਿਤ ਦੀ ਇੱਕ ਵੰਨਗੀ ਦੇ ਤੌਰ 'ਤੇ ਇਸਟੈਬਲਿਸ਼ ਕਰਨਾ, ਇਹ ਸਾਹਮਣੇ ਚੈਲੰਜ ਸੀਗਾ ਮੇਰੇ। ਤਾਂ ਜਦੋਂ ਮੈਂ ਦੇਖਿਆ ਤਾਂ ਉਹਦੇ 'ਚੋਂ ਸਿਰਫ ਡਾਕਟਰ ਜਸਵਿੰਦਰ ਸਿੰਘ ਦੀ ਇੱਕ ਕਿਤਾਬ ਹੈ ਪੰਜਾਬੀ ਲੋਕਧਾਰਾ ਸ਼ਾਸਤਰ, ਲੋਕ ਸਾਹਿਤ ਸ਼ਾਸਤਰ, ਤਾਂ ਉਹਦੇ 'ਚ ਇੱਕ ਆਰਟੀਕਲ ਚੁਟਕਲਾ ਸੀਗਾ, ਪੰਜਾਬੀ ਚੁਟਕਲਾ, ਸਿਰਫ ਮਹਿਜ਼ ਉਹ ਆਰਟੀਕਲ ਪੜ੍ਹਿਆ, ਲੰਬਾ ਆਰਟੀਕਲ ਪੜ੍ਹਨਾ ਚਾਹੀਦਾ ਸਾਰਿਆਂ ਨੂੰ, ਆਪਣੀ ਯੂਨੀਵਰਸਿਟੀ ਦੀ ਕਿਤਾਬ ਛਾਪੀ ਉਹ। ਤਾਂ ਉਸ ਤੋਂ ਬਾਅਦ ਉਹਦੇ ਨਾਲ ਕੰਮ ਨਾ ਮਤਲਬ ਚੱਲੇ, ਮੈਂ ਕਿਹਾ ਵੀ ਇੱਕੋ ਹੀ ਆਰਟੀਕਲ ਹੈ। ਅਤੇ ਫਿਰ ਡਾਕਟਰ ਜਸਵਿੰਦਰ ਵਿਭਾਗ 'ਚ ਹੀ ਹੁੰਦੀ ਸੀ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਵੀ ਹੱਲਾਸ਼ੇਰੀ ਦਿੱਤੀ ਵੀ ਟੌਪਿਕ ਬਹੁਤ ਵਧੀਆ। ਸੋ ਇਸ ਤਰੀਕੇ ਨਾਲ ਮੈਂ ਜਦੋਂ ਫਰੋਲਦਾ ਫਿਰ ਮੈਨੂੰ ਇੱਕ ਲਾਇਬ੍ਰੇਰੀ ਦੇ ਵਿੱਚੋਂ ਕਿਤਾਬ ਮਿਲੀ ਸਿਗਮੰਡ ਫਰਾਇਡ ਦੀ, ਜੋਕਸ ਦੇਅਰ ਰਿਲੇਸ਼ਨ ਟੂ ਆਵਰ ਅਨਕੌਂਸ਼ੀਅਸਨੈਸ। ਤਾਂ ਉਹ ਕਿਤਾਬ ਪੜ੍ਹ ਕੇ, ਉਸ ਕਿਤਾਬ ਦੇ ਮਿਲਣ ਦੇ ਨਾਲ ਮੇਰਾ ਹੌਸਲਾ ਮਤਲਬ ਕਿ ਚੌਗਣਾ ਹੋ ਗਿਆ। ਮੈਂ ਕਿਹਾ ਜੇ ਫਰਾਇਡ ਵਰਗਾ ਬੰਦਾ ਚੁਟਕਲਿਆਂ ਦੇ 500 ਸਫ਼ੇ ਦੀ ਕਿਤਾਬ ਲਿਖ ਸਕਦਾ ਹੈ ਔਰ ਉਹਨੂੰ ਪੈਂਗੁਇਨ ਨੇ ਛਾਪਿਆ ਹੋਇਆ, ਅਤੇ ਆਪਾਂ ਤਾਂ ਕਿਹੜੇ ਬਾਗ ਦੀ ਮੂਲੀ ਹੈ। ਤਾਂ ਆਪਾਂ ਕੰਟੀਨਿਊ ਕਰਤਾ ਉਹਦੇ 'ਚ ਕਰਤਾ ਕੰਮ। ਸੋ ਇਸ ਕਰਕੇ ਉਹ ਕੰਮ ਕੀਤਾ, ਅਤੇ ਉਹ ਮੈਨੂੰ ਲੱਗਦਾ ਕਿ ਉਪਾਧੀ ਸਾਪੇਖਾਂ ਦੇ ਵਿੱਚੋਂ ਮੁੱਢਲਾ ਕੰਮ ਸੀਗਾ ਜਿਹੜਾ ਇੱਕ ਸੁਤੰਤਰ ਚੁਟਕਲੇ ਦੇ ਚੁਟਕਲਿਆਂ ਦੇ ਕੀਤਾ ਗਿਆ। ਬਾਅਦ ਦੇ ਵਿੱਚੋਂ ਕਿਤਾਬਾਂ ਛਪੀਆਂ, ਡਾਕਟਰ ਖਹਿਰਾ ਜੀ ਬੈਠੇ ਨੇ, ਉਹਨਾਂ ਨੇ ਭੂਮਿਕਾ ਲਿਖੀ ਸੀ ਲੰਬੀ ਉਸ ਕਿਤਾਬ ਦੀ। ਤਾਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਵੀ ਜਿਹੜਾ ਪੰਜਾਬੀ ਹਾਸ ਰਸੀ ਜਿਹੜੀ ਲੋਕਧਾਰਾ ਹੈਗੀ ਹੈ ਸਾਡੀ, ਤਾਂ ਉਹਦੀ ਮੈਂ ਲੰਬੀ ਲਿਸਟ ਜਿਹੜੀ ਦਿੱਤੀ ਹੈਗੀ ਹੈ। ਇੱਕ ਤਾਂ ਹੈ ਕਿ ਵੀ ਅਸੀਂ ਹਾਸ ਰਸੀ ਲੋਕਧਾਰਾ ਕਿਹਨੂੰ ਮੰਨੀਏ, ਕਿਉਂਕਿ ਹਾਸ ਰਸ ਤਾਂ ਲੋਕਧਾਰਾ ਦੀਆਂ ਬਹੁਤ ਸਾਰੀਆਂ ਵੰਨਗੀਆਂ ਦੇ ਵਿੱਚ ਪਿਆ, ਉਹ ਸਿੱਠਣੀਆਂ 'ਚ ਵੀ ਪਿਆ, ਉਹ ਟੱਪਿਆਂ 'ਚ ਵੀ ਪਿਆ, ਉਹ ਸਾਡੀਆਂ ਬੋਲੀਆਂ 'ਚ ਵੀ ਪਿਆ, ਗਿੱਧੇ ਦੀਆਂ ਬੋਲੀਆਂ 'ਚ ਵੀ ਪਿਆ, ਮਤਲਬ ਕਿ ਹਾਸ ਰਸ ਤਾਂ ਬਹੁਤ ਸਾਰੇ ਰੂਪਾਂ 'ਚ ਪਿਆ। ਤਾਂ ਅਸੀਂ ਕਾਹਦਾ ਅਧਿਐਨ ਕਰਨਾ ਹੈਗਾ। ਇੱਕ ਤਾਂ ਮੇਰੇ ਸਾਹਮਣੇ ਜਦੋਂ ਇਹ ਪੇਪਰ ਮੈਂ ਲਿਖ ਰਿਹਾ ਸੀਗਾ ਤਾਂ ਇਹ ਸੀਗਾ ਕਿ ਵੀ ਅਸੀਂ ਜਿਹੜਾ ਹਾਸ ਰਸੀ ਲੋਕਧਾਰਾ ਹੈ ਉਹਦੇ ਵਿੱਚੋਂ ਸਾਨੂੰ ਇੱਕ ਚੀਜ਼ ਜਿਹੜੀ ਹੈਗੀ ਸਾਨੂੰ ਕੱਢਣੀ ਪਏਗੀ ਕਿ ਪੰਜਾਬੀ ਜੀਵਨ ਦੇ ਵਿੱਚ ਹਾਸਾ ਹੈਗਾ, ਮਜ਼ਾਕ ਹੈ, ਟੀਚਰ ਹੈ, ਸਾਡੇ ਕੋਲ ਬਹੁਤ ਲੰਬੀ ਪਰੰਪਰਾ ਹੈਗੀ, ਪਰ ਸਾਡੇ ਕੋਲ ਉਸ ਤਰ੍ਹਾਂ ਦਾ ਜਿਹੜਾ ਫੋਕ ਦੇ ਵਿੱਚ ਬਹੁਤ ਕੁਛ ਪਿਆ, ਲੇਕਿਨ ਸਾਡੇ ਕੋਲ ਲਿਖਤ ਦੇ ਵਿੱਚ ਨਹੀਂ। ਤਾਂ ਜਦੋਂ ਮੈਂ ਕੰਮ ਕਰ ਰਿਹਾ ਸੀਗਾ ਚੁਟਕਲਿਆਂ 'ਤੇ, ਤਾਂ ਉਹਦੇ 'ਚ ਵਿਅੰਗ ਨਾਲੋਂ ਰਲਗੱਡ ਹੁੰਦਾ ਸੀਗਾ। ਤਾਂ ਇਸ ਕਰਕੇ 4 ਸ਼ਬਦ ਜਿਹੜੇ ਹੈਗੇ ਉਸ ਵੇਲੇ ਜਿਹੜੇ ਹੈਗੇ ਮੈਨੂੰ ਉਹਦੇ 'ਚ ਉਹਨੂੰ ਡਿਫਾਈਨ ਕਰਨਾ ਪਿਆ, ਉਹਨੂੰ ਡੈਫੀਨੀਸ਼ੀਏਟ ਕਰਨਾ ਪਿਆ, ਜੋਕ ਨੂੰ, ਵਿਟ ਨੂੰ, ਐਲਗਰੀ ਨੂੰ ਅਤੇ ਸਟਾਇਰ ਨੂੰ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਹੈ ਕਿ ਵੀ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਰਲਗੱਡ ਕਰ ਦਿੰਦੇ ਹਾਂ ਵੀ ਚੁਟਕਲਾ ਵਿਅੰਗ ਹੁੰਦਾ, ਵਿਅੰਗ ਅਲੱਗ ਚੀਜ਼ ਹੈ, ਚੁਟਕਲਾ ਅਲੱਗ ਚੀਜ਼। ਸੋ ਇਸ ਕਰਕੇ ਉਹਦੇ 'ਚੋਂ ਮੈਂ ਆਪਣੇ ਉਸ ਥੀਸਿਸ ਦੇ ਵਿੱਚ ਇਹ ਵੀ ਗੱਲ ਕੀਤੀ ਕਿ ਵੀ ਜਿਹੜਾ ਚੁਟਕਲਾ ਹੈਗਾ, ਜਿਹੜਾ ਆਪਣੇ ਨੇੜਲੇ ਜਿਹੜੇ ਮਸ਼ਕਰੀ ਹੈ, ਟੀਚਰ ਹੈ ਜਾਂ ਵਿਅੰਗ ਹੈ, ਉਹਦੇ ਤੋਂ ਵੱਖਰਾ ਕਿਵੇਂ ਹੈਗਾ, ਅਤੇ ਉਸ ਵੱਖਰੇ ਦੇ ਹੋਣ ਕਰਕੇ ਹੀ ਇਹ ਆਪਣਾ ਇੱਕ ਸੁਤੰਤਰ ਸੁਭਾਅ, ਇੱਕ ਸੁਤੰਤਰ ਰੂਪ ਅਖਤਿਆਰ ਕਰਦਾ, ਜਿਹੜਾ ਕਿ ਅਸੀਂ ਲੋਕ ਸਾਹਿਤ ਦੀ ਜਿਹੜੀ ਸਾਰੀ ਉਹਦੇ ਲੱਛਣ ਮੰਨਦੇ ਹੈਗੇ ਆ, ਉਹ ਸਾਰੇ ਇਹਦੇ ਵਿੱਚ ਮੌਜੂਦ ਹੁੰਦੇ। ਤਾਂ ਦੂਸਰਾ ਜਿਹੜਾ ਮੇਰਾ ਪੁਆਇੰਟ ਸੀਗਾ ਕਿ ਵੀ ਲੋਕਧਾਰਾ ਦੇ ਬਹੁਤ ਸਾਰੇ ਰੂਪਾਂ ਦੇ ਵਿੱਚ ਜਿਹੜਾ ਹੈਗਾ ਹਾਸ ਰਸ ਪਿਆ। ਤਾਂ ਹਾਸ ਰਸ ਦੀ ਜਿਹੜੀ ਇਹ ਪਰੰਪਰਾ ਹੈਗੀ ਹੈ, ਇਹ ਸਾਡੇ ਨਾਲ 2 ਤਰੀਕੇ ਨਾਲ ਚੱਲਦੀ ਹੈਗੀ ਹੈ, ਜਿਹਨੂੰ ਡਾਕਟਰ ਗੁਰਮੀਤ ਸਿੰਘ ਨੇ ਆਪਣੀ ਇੰਟਰਵਿਊ, ਮੈਂ ਉਹਨਾਂ ਨੂੰ ਸਵੇਰੇ ਦੱਸਿਆ ਕਿ ਜਿਹੜੀ ਸਰਬਜੀਤ ਨੇ ਕਿਤਾਬ ਕੀਤੀ, ਉਹਦੀ ਸਭ ਤੋਂ ਪਹਿਲੀ ਇੰਟਰਵਿਊ ਮੈਂ ਡਾਕਟਰ ਗੁਰਮੀਤ ਦੀ ਪੜ੍ਹ ਕੇ ਹਟਿਆ ਰਾਤੀ, ਅਤੇ ਉਹਦੇ 'ਚ ਉਹ ਇੱਕ ਗੱਲ ਕਰਦੇ ਹੈਗੇ ਕਿ ਵੀ ਕੰਮ ਨਹੀਂ ਹੋਇਆ। ਉਹਦੇ 'ਚ ਨਵੀਆਂ ਸਾਨੂੰ ਅੰਤਰਦ੍ਰਿਸ਼ਟੀਆਂ ਮਿਲਦੀਆਂ ਨੇ, ਖਾਸ ਕਰਕੇ ਜਿਹੜੇ ਲੋਕਧਾਰਾ ਦੇ ਵਿੱਚ ਖੋਜੀ ਕੰਮ ਕਰਨਾ ਚਾਹੁੰਦੇ ਆ ਜਾਂ ਕਰਵਾਉਣਾ ਚਾਹੁੰਦੇ ਆ, ਕਿ ਉਹਨਾਂ ਨੇ ਬਹੁਤ ਸਾਰੇ ਟੌਪਿਕ ਸੁਝਾਏ ਨੇ ਕਿ ਵੀ ਇੰਨੇ ਫੀਲਡ ਵੱਖਰੇ ਪਏ। ਤਾਂ ਮੇਰੇ ਨਾਲ ਜਦੋਂ ਇਸ ਵਿਭਾਗ ਦੀ ਇੱਕ ਜਿਵੇਂ ਡਾਕਟਰ ਤੇਜਿੰਦਰ ਵੀ ਕਹਿ ਕੇ ਗਿਆ, ਮੇਰੇ ਨਾਲ ਡਾਕਟਰ ਗੁਰਮੀਤ ਸਿੰਘ ਵਾਲੀ ਤਾਂ ਨਹੀਂ ਬਣੀ ਸੀਗੀ ਕਿ ਵੀ ਹਾਸੇ ਹੋਣ। ਜਦੋਂ ਮੈਂ ਉਸ ਸਿਨੌਪਸਿਸ ਲੈ ਕੇ ਗਿਆ ਤਾਂ ਸਾਰਿਆਂ ਨੇ ਮੈਨੂੰ ਇੱਥੇ ਐਪਰੀਸ਼ੀਏਟ ਕੀਤਾ ਸੀਗਾ। ਜਦੋਂ ਮੈਂ DC ਦੇ ਵਿੱਚ ਗਿਆ ਸੀਗਾ ਤਾਂ ਸਾਰਿਆਂ ਨੇ ਮਤਲਬ ਕਿ ਉਵੇਂ ਜਿਵੇਂ ਡਾਕਟਰ ਗੁਰਮੀਤ ਨੇ ਕਿਹਾ ਵੀ ਮੇਰੇ 'ਤੇ ਤਾਂ ਮਜ਼ਾਕ ਬਣ ਗਿਆ ਵੀ ਇੱਕ ਪ੍ਰੋਫੈਸਰ ਕਹਿੰਦਾ ਇਹਦਾ ਕੀ ਸੰਬੰਧ ਹੈ ਲੋਕ ਚਿਕਿਤਸਾ ਦਾ। ਤਾਂ ਮੇਰੇ ਨਾਲ ਘੱਟੋ ਘੱਟ ਇਸ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਜਿਹਨੇ ਵੀ ਉਸ ਵੇਲੇ ਫੈਕਲਟੀ ਸੀਗੀ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਨਵਾਂ ਫੀਲਡ ਹੈ, ਔਰ ਮੈਂ ਵੀ ਇੱਕ ਆਪਣੀ ਉਸ ਹੀਣ ਭਾਵ ਦੇ ਵਿੱਚੋਂ ਬਾਹਰ ਆਇਆ। ਔਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਜਿਸ ਤਰ੍ਹਾਂ ਦਾ ਟੌਪਿਕ ਸੀਗਾ, ਮੈਂ ਆਪਣੀ ਰਿਸਰਚ ਦੇ ਦੌਰਾਨ ਮੈਨੂੰ ਲੱਗਦਾ ਕਿ ਉਦੋਂ ਇਲੈਕਟ੍ਰੋਨਿਕ ਮੀਡੀਆ ਹੈ ਨਹੀਂ ਸੀਗਾ, ਪ੍ਰਿੰਟ ਹੀ ਸੀਗਾ।
और मैं पता नहीं कित्थे कित्थे छपया, विश्व का पहला चुटकुलों में PhD करने वाला, मतलब कि इस तरह दी खबरां मतलब कि लगदियां, तो ਉਹਦੇ 'ਚ ਅਹਿਸਾਸ ਹੁੰਦਾ ਸੀਗਾ। ਸੋ ਇਸ ਕਰਕੇ ਜਿਹੜਾ ਉਹਨਾਂ ਨੇ ਡਾਕਟਰ ਗੁਰਮੀਤ ਨੇ ਕੱਲ੍ਹ ਕਹੀ ਕਿ ਮੈਂ ਸੋ ਗੱਲ ਕੀਤੀ, ਮੈਂ ਕਿਹਾ ਵੀ ਚੁਟਕਲਿਆਂ 'ਤੇ ਚਲੋ ਵੱਖਰਾ ਇੱਕ ਕਿਸੇ ਵੀ ਚੀਜ਼ 'ਤੇ ਇੱਕ ਕੰਮ ਫਾਈਨਲ ਨਹੀਂ ਹੁੰਦਾ ਹੈਗਾ। ਮੈਂ ਇੱਕ ਡਾਇਮੈਂਸ਼ਨ ਨਾਲ ਕੰਮ ਕੀਤਾ, ਉਹ ਉਸ ਤੋਂ ਬਾਅਦ ਡਾਕਟਰ ਬਲਵਿੰਦਰ ਬਰਾੜ ਮੈਡਮ ਨੇ ਇੱਕ ਸਾਹਿਤਕ ਚੁਟਕਲਿਆਂ 'ਤੇ MPhil ਦਾ ਕਰਵਾਇਆ, ਉਹ ਮੈਂ ਇੱਕ ਲਿਸਟ ਵਿੱਚ ਦਿੱਤੀ ਹੈਗੀ ਹੈ ਸਾਰੀ। ਤਾਂ ਸਾਡੇ ਕੋਲ ਜਿਹੜਾ ਹੈਗਾ ਹਾਸਰਸੀ ਲੋਕਧਾਰਾ ਦਾ ਇੱਕ ਪੂਰੇ ਦਾ ਪੂਰਾ ਜਿਹੜੀ ਹੈਗੀ ਇੱਕ ਪਰੰਪਰਾ ਹੈਗੀ, ਉਹਦੇ 'ਚ ਵੱਖਰੇ ਵੱਖਰੇ ਜਿਹੜੇ ਰੂਪ ਨੇ, ਉਹਦੇ ਵੱਖਰੇ ਵੱਖਰੇ ਜਿਨ੍ਹਾਂ 'ਚ ਹਾਸਰਸ ਪਿਆ ਹੈਗਾ, ਉਸ ਨੂੰ ਅਸੀਂ ਆਇਡੈਂਟੀਫਾਈ ਕਰੀਏ ਤਾਂ ਉਹਦੇ 'ਚੋਂ ਇੱਕੋ ਥੀਸਸ ਜਿਹੜਾ ਹੈਗਾ ਸਾਡੇ ਸਾਹਮਣੇ ਆਉਂਦਾ ਹੈਗਾ। ਹਾਲਾਂਕਿ ਉਸ ਵਿਅਕਤੀ ਦੇ ਮੈਨੂੰ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ, ਉਹਦੇ ਨਿੱਜੀ ਜੀਵਨ ਬਾਰੇ ਜਾਂ ਉਹਦੀ ਐਕੈਡੈਮਿਕਸ ਬਾਰੇ ਬਹੁਤ ਤਰ੍ਹਾਂ ਦੇ ਸ਼ੋਸ਼ੇ ਉੱਠਦੇ ਨੇ, ਪਰ ਉਹ ਜਿਹੜੀ ਲੋਕਯਾਨਿਕ ਵਿਅੰਗਕਾਰੀ ਉਹਦੀ ਕਿਤਾਬ ਆਪਣੀ ਯੂਨੀਵਰਸਿਟੀ 'ਚ ਛਾਪੀ ਹੈ, ਉਹ ਮੈਨੂੰ ਲੱਗਦਾ ਕਿ ਵੀ ਬਹੁਤ ਜਿਹਨੂੰ ਕਹਿ ਦਈਏ ਕਿ ਇੱਕ ਮਾਰਵਲਸ ਕੰਮ ਹੈਗਾ। और मैं अपने सारे काम ਦੇ ਵਿੱਚੋਂ ਜਿਹੜਾ ਹੈਗਾ ਉਹ ਮੋਟੀ ਕਿਤਾਬ ਹੈ ਡਾਕਟਰ ਸਾਹਿਬ, ਇੱਥੇ ਹਮਾਰੀ ਯੂਨੀਵਰਸਿਟੀ ਨੇ ਛਾਪੀ ਹੈ, तो ਲੋਕਯਾਨਿਕ ਵਿਅੰਗਕਾਰੀ। ਔਰ ਉਹਦੇ 'ਚੋਂ ਮੁੱਢਲਾ ਕੰਮ ਹੈ ਮੈਨੂੰ ਲੱਗਦਾ ਕਿ ਵੀ ਜਿਹੜਾ ਕਿ ਆਤਮ ਹਮਰਾਹੀ ਨੇ ਕੀਤਾ, ਔਰ ਉਹਦੇ 'ਚ ਜਿਸ ਕਿਸਮ ਦੀਆਂ ਫਾਰਮਸ ਔਰ ਜਿਸ ਕਿਸਮ ਦੇ ਉਹਦੇ 'ਚ ਉਹ ਲੈਂਦਾ ਹੈਗਾ ਕਿ ਵੱਖਰੇ ਵੱਖਰੇ, ਖਾਸ ਕਰਕੇ ਉਹਦੇ 'ਚ ਜਿਵੇਂ ਨਿਹੰਗ ਬੋਲਿਆਂ 'ਤੇ ਮਤਲਬ ਕਿ ਪੂਰੇ ਦਾ ਪੂਰਾ ਚੈਪਟਰ ਹੈ ਉਹਦਾ, ਕਿ ਨਿਹੰਗ ਬੋਲਿਆਂ ਦੇ ਵਿੱਚ ਜਿਹੜਾ ਹਾਸ ਰਸ ਹੈਗਾ ਉਹ ਕਿਵੇਂ ਮਤਲਬ ਕਿ ਚੱਲਦਾ ਹੈਗਾ, ਕਿ ਬੱਕਰੀ ਬੀੜੀ ਨੂੰ ਖੋਤੀ ਚੁੰਘਣਾ, ਇਹ ਉਹ ਬਦਾਮ ਛੋਲਿਆਂ ਨੂੰ ਬਦਾਮ, ਉਹ ਸਾਰੇ ਜਿਹੜੇ ਹੈਗੇ ਉਹਨੇ ਕਲੈਕਸ਼ਨ ਵੀ ਦਿੱਤੀ ਹੈਗੀ, ਉਹਦਾ ਐਨਾਲਿਸਿਸ ਵੀ ਕੀਤਾ ਹੈਗਾ। ਇੱਕ ਜਿਹੜਾ ਕੰਮ ਹੈਗਾ ਜਿਹੜਾ ਟੈਕਸਟ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਆਪਣੇ ਕੰਮ ਨਾਲ ਸੰਬੰਧਿਤ, ਤਾਂ ਬਹੁਤ ਸੀਰੀਅਸ ਬੰਦੇ ਨੇ, ਮਤਲਬ ਕਿ ਇੱਕ ਚੁਟਕਲੇ ਹੁੰਦੇ ਆ ਜਿਹੜੇ ਸਾਡੇ ਕੋਲ ਬਾਜ਼ਾਰਾਂ ਦੇ ਵਿੱਚ ਮਿਲਦੇ ਹੈਗੇ ਆ, ਜਾਂ ਕਹਿ ਲਓ ਕਿ ਰੇਲਵੇ ਸਟੇਸ਼ਨਾਂ 'ਤੇ ਜਾਂ ਬੱਸ ਸਟੈਂਡਾਂ 'ਤੇ। ਤੁਸੀਂ ਹੈਰਾਨ ਹੋਗੇ ਕਿ ਵੀ ਇੱਕ ਕਿਤਾਬ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੀ ਜਨਾਨਾ ਸਵਾਰੀ ਮਿਲਦੀ, ਮਤਲਬ ਕਿ ਕਮਾਲ ਦੇ ਮਤਲਬ ਕਿ ਉਹ ਜੋਕ ਨੇ, ਮਤਲਬ ਕਿ ਉਹਨੇ ਕਲੈਕਸ਼ਨ ਕੀਤੀ ਹੈ। ਉਸ ਤੋਂ ਬਾਅਦ ਖੁਸ਼ਵੰਤ ਸਿੰਘ ਉਸ ਤੋਂ ਬਹੁਤ ਬਾਅਦ 'ਚ ਆਉਂਦਾ ਹੈਗਾ, ਜਦੋਂ ਖੁਸ਼ਵੰਤ ਸਿੰਘ ਉਹਨਾਂ ਨੂੰ ਇਕੱਠੇ ਕਰਦਾ ਹੈ, ਤਾਂ ਉਹਦੇ 'ਚੋਂ ਦੇਖੋ ਕਿ ਜਨਾਨਾ ਸਵਾਰੀ ਤੋਂ ਲੈ ਕੇ ਤਾਂ ਉਸ ਤੋਂ ਬਾਅਦ ਜਸਮੰਡ ਦੀ ਮਸ਼ਕੂਲੇ ਆਉਂਦੀ ਹੈਗੀ ਹੈ, ਤਾਂ ਸਾਹਿਤਕਾਰਾਂ ਦੀਆਂ ਦੋ ਕਿਤਾਬਾਂ ਤਾਰਾ ਸਿੰਘ ਕਾਮਲ ਦੀ ਦਰਪਣ ਬੁਲਬੁਲਿਆਂ ਦਾ ਅਤੇ ਗੁਸਤਾਖੀਆਂ ਰਜਿੰਦਰ ਬਿਮਲ ਦੀ, ਬਹੁਤ ਕਮਾਲ ਦੇ। ਤਾਂ ਮੈਨੂੰ ਹੌਸਲਾ ਹੋ ਗਿਆ ਕਿ ਵੀ ਚੁਟਕਲਾ ਜਿਹੜਾ ਹੈਗਾ ਇਹ ਹਾਸਰਸ ਦੇ ਵਿੱਚ ਜਿਹੜਾ ਸਾਡੀ ਲੋਕਧਾਰਾ ਦੇ ਵਿੱਚ ਜਿਹੜਾ ਹਾਸਰਸ ਪਿਆ, ਉਹਦੇ ਵਰਗ ਬਣਦੇ ਹੈਗੇ ਆ। ਤਾਂ ਉਹਦੇ 'ਚੋਂ ਇੱਕ ਚੀਜ਼, ਜਦੋਂ ਮੈਂ ਸਾਰੇ ਚੁਟਕਲੇ ਬਹੁਤ ਇਕੱਠੇ ਕਰ ਲਏ, ਤਾਂ ਇਨ ਬਿਟਵੀਨ ਜਦੋਂ ਸਬਮਿਟ ਕਰਨਾ ਸੀ 2004 ਦੇ ਵਿੱਚ, ਇੱਕ ਸੁਪਰੀਮ ਕੋਰਟ ਦੀ ਵਰਡਿਕਟ ਆ ਜਾਂਦਾ ਹੈਗਾ ਕਿ ਵੀ ਤੁਸੀਂ ਕਿਸੇ ਵੀ ਟੈਕਸਟ ਦੇ ਵਿੱਚ ਕਿਸੇ ਦੀ ਜਾਤ, ਬਰਾਦਰੀ, ਧਰਮ ਨੂੰ ਤੁਸੀਂ ਨਹੀਂ ਕਰ ਸਕਦੇ। ਤਾਂ ਤੁਸੀਂ ਕਮਾਲ ਮੰਨਿਓ ਕਿ ਮੇਰੇ ਕੋਲ ਇੰਨੀ ਟੈਕਸਟ ਜਿਹੜੀ ਇਕੱਠੀ ਕੀਤੀ ਸੀ, ਜਿਹੜੀ ਹੈ ਹੀ ਕਾਸਟ ਬੇਸ ਸੀਗੀ, ਹੈ ਹੀ ਰਿਲੀਜਨ ਬੇਸ ਸੀਗੀ। ਖਾਸ ਕਰਕੇ ਸਾਡੇ ਕੋਲ ਮਿਲੀਟੈਂਸੀ ਦੀ ਗੱਲ ਹੋਈ ਸੀ, ਡਾਕਟਰ ਗੁਰਮੀਤ ਨੇ ਕੀਤੀ ਕਿ ਮਿਲੀਟੈਂਸੀ ਦੌਰਾਨ ਜਿਹੜੇ ਜੋਕ ਪੈਦਾ ਹੋਏ ਉਹ ਇੰਨੇ ਵੱਡੇ ਪੱਧਰ 'ਤੇ ਇਕੱਠੇ ਕੀਤੇ ਗਏ, ਪਰ ਕਿਉਂਕਿ ਇੱਕ ਖਾਸ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਉਹ ਵਰਡਿਕਟ ਆ ਗਈ। ਇਸ ਕਰਕੇ ਉਹ ਸਾਰਾ ਜਿਹੜਾ ਡਾਟਾ ਹੈਗਾ ਉਹ ਛਪਣੋਂ ਰਹਿ ਗਿਆ, ਨਾ ਉਹਦਾ ਮੈਂ ਐਨਾਲਿਸਿਸ ਕਰ ਸਕਿਆ। ਇਸ ਕਰਕੇ ਉਸ ਕਰਕੇ ਮੈਂ ਉਹਨੂੰ ਉਹ ਸਾਰੀ ਟੈਕਸਟ ਉਹਦੇ ਵਿੱਚੋਂ ਕੱਢਣੀ ਪਈ, ਇਸ ਕਰਕੇ ਕਿ ਉਹ 5 ਦੇ ਵਿੱਚ ਮੈਂ 6 ਦੇ ਵਿੱਚ ਸਬਮਿਟ ਕਰਨਾ ਸੀਗਾ, ਅਤੇ ਉਸ ਤੋਂ ਪਹਿਲਾਂ ਵਰਡਿਕਟ ਆ ਜਾਂਦਾ ਹੈਗਾ ਕਿ ਤੁਸੀਂ ਉਹ ਨਹੀਂ ਦੇ ਸਕਦੇ। ਉਹ ਸਾਰਾ ਮੈਨੂੰ ਹੈਗਾ ਜਿਹੜਾ ਥੀਸਿਸ ਹੈ ਉਹਨੂੰ ਰੀਰਾਈਟ ਕਰਨਾ ਪਿਆ, ਔਰ ਰੀਰਾਈਟ ਕਰਦਿਆਂ ਉਹਦੇ 'ਚੋਂ ਸਾਰਾ ਕੁਝ ਜਿਹੜਾ ਹੈਗਾ ਉਹਦੀ ਉਹ ਆਭਾ ਸੀ ਉਹ ਮਾਰੀ ਜਾਂਦੀ ਹੈਗੀ ਹੈ। ਤਾਂ ਇੰਨੀਆਂ ਗੱਲਾਂ ਸੀਗੀਆਂ ਜਿਹੜੀਆਂ ਮੈਂ ਕਹਿੰਦਾ ਸੀਗਾ ਕਿ ਜਿਹੜਾ ਸਾਡੇ ਲੋਕ ਕਾਵਿ ਦੀਆਂ ਜਿਹੜੀਆਂ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਜਿਹੜਾ ਸਾਡਾ ਹਾਸ ਰਸ ਹੈ, ਉਹਦੇ ਅਧਿਐਨ ਦੀ ਕੋਈ ਉਸ ਤਰ੍ਹਾਂ ਦੀ ਪਰੰਪਰਾ ਸਾਡੇ ਕੋਲ ਨਹੀਂ ਹੈਗੀ, ਵੱਜਵੀਂ ਠੁਕਵੀਂ ਜਿਹਨੂੰ ਕਹਿ ਸਕੀਏ। ਪਰ ਮੋਟੇ ਜਿਹੇ ਤੌਰ 'ਤੇ ਹਾਸਰਸ ਨੂੰ ਆਧਾਰ ਬਣਾ ਕੇ ਜਿੰਨਾ ਵੀ ਕੰਮ ਪੰਜਾਬੀ ਇਹਦੇ ਫੀਲਡ ਦੇ ਵਿੱਚ ਹੋਇਆ, ਉਹ ਲਿਸਟ ਸਾਰੀ ਮੈਂ ਦਿੱਤੀ ਹੋਈ ਹੈ, ਮੈਂ ਉਹਦੇ 'ਚ ਨਹੀਂ ਜਾਊਂਗਾ। ਮੈਂ ਸਿਰਫ ਲੋਕਯਾਨਿਕ ਵਿਅੰਗਕਾਰੀ ਦਾ ਇਸ ਕਰਕੇ ਜ਼ਿਕਰ ਕਰ ਰਿਹਾ ਵੀ ਉਹ ਕੰਮ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਉਹ ਸਾਰਾ ਕੰਮ ਜਿਹੜਾ ਹੈਗਾ ਉਹਦੀ ਰੈਪੂਟੇਸ਼ਨ ਜੀ ਲੱਗਦੀ ਹੈਗੀ ਹੈ। ਦੂਸਰਾ ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਇਸ ਟੌਪਿਕ 'ਤੇ ਜਦੋਂ ਮੈਂ ਗੱਲ ਕਰ ਰਿਹਾ ਸੀਗਾ, ਸਾਡੇ ਕੋਲ ਜਿਹੜਾ ਹਾਸਰਸ ਪੈਦਾ ਕਿਵੇਂ ਹੁੰਦਾ ਹੈਗਾ, ਉਹ ਸਮਾਜ ਦੀਆਂ ਕਿਹੜੀਆਂ ਵਿਸੰਗਤੀਆਂ ਪੈਦਾ ਕਰਦੀਆਂ ਨੇ, ਉਹ ਸਾਰਾ ਪ੍ਰੋਸੈਸ ਮੈਂ ਪੇਪਰ ਦੇ ਵਿੱਚ ਦੱਸਿਆ, ਇੱਥੇ ਮੈਂ ਰਿਪੀਟ ਨਹੀਂ ਕਰੂੰਗਾ ਕਿਉਂਕਿ ਟਾਈਮ ਦੀ ਹੈਗੀ ਹੈ। ਤਾਂ ਜਿਹੜੀ ਲਾਸਟ ਗੱਲ ਮੈਂ ਇਹ ਕਹਿ ਕੇ ਜਿਹੜਾ ਹੈਗਾ ਕਰਨਾ ਕਿ ਇਹ ਨਿਰੋਲ ਜਿਹੜਾ ਹੈਗਾ ਕਿ ਵੀ ਇਸ ਹਾਸਰਸੀ ਲੋਕਧਾਰਾ ਦੀ ਇੱਕ ਵੱਖਰੀ ਕੈਟੇਗਰਾਈਜ਼ ਕਰਕੇ ਕਿ ਲੋਕਧਾਰਾ ਦੇ ਵਿੱਚ ਜਿੰਨਾ ਵੀ ਕਿਸੇ ਵੀ ਰੂਪ ਦੇ ਕਿਸੇ ਵੀ ਫਾਰਮ ਦੇ ਵਿੱਚ ਉਹ ਪਿਆ ਹੈ, ਜੇ ਅਸੀਂ ਉਸ ਦੀ ਕਲੈਕਸ਼ਨ ਕਰਕੇ ਫਿਰ ਉਹਦਾ ਐਨਾਲਿਸਿਸ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਕੰਮ ਹੋ ਸਕਦਾ ਹੈ। ਧੰਨਵਾਦ ਜੀ, ਬਹੁਤ।